ਪਹਿਲਾਂ ਤਾਂ ਰਾਜੇ ਇਮੇਜ ਦੀਆਂ ਟਿਪਸ ਦੇਖੋ ਕੀ ਹੁੰਦੀਆਂ ਨੇ। ਟਿਪਸ ਦੇ ਵਿੱਚ ਕੀ ਹੈ ਰਾਜੇ ਆਪਣੇ ਕੋਲੇ, ਸਟਾਰਟ ਵਿਦ ਅ ਜਰਨਲ ਓਵਰ। ਜਰਨਲ ਓਵਰਵਿਊ ਜਿਵੇਂ ਆਪਾਂ ਟੌਪਿਕ ਲਾਈਨ ਬੋਲਦੇ ਹਾਂ ਹਨਾ, ਜਾਂ ਟੌਪਿਕ ਬੋਲਦੇ ਆ, ਉਹਦੇ ਵਿੱਚ ਮੇਨ ਸਬਜੈਕਟ ਹੋਣੀ ਚਾਹੀਦੀ ਹੈ, ਬੈਕਗਰਾਉਂਡ, ਕਲਰ, ਐਨੀ ਸਿਗਨੀਫਿਕੈਂਟ ਫੀਚਰਸ, ਕੋਈ ਵੀ ਚੀਜ਼ਾਂ ਆਉਂਦੀਆਂ ਨੇ। ਫਿਰ ਦੂਜਾ ਕਾਹਦੇ ਤੇ ਫੋਕਸ ਕਰਨਾ ਹੈ, ਕੀ ਪੁਆਇੰਟਸ, ਕੀ ਐਲੀਮੈਂਟਸ ਆਪਾਂ ਨੂੰ ਕੀ ਦਿੱਤੇ ਜਾਂਦੇ ਨੇ। ਆਇਡੈਂਟੀਫਾਈ ਐਂਡ ਡਿਸਕ੍ਰਾਈਬ ਦਾ ਮੋਸਟ ਇੰਪੋਰਟੈਂਟ ਐਲੀਮੈਂਟਸ ਫਰੋਮ ਦਾ ਇਮੇਜ। ਕੀ ਕਰਨਾ ਹੁੰਦਾ ਰਾਜੇ, ਤੁਹਾਡੇ ਕੋਲ 25 ਸੈਕਿੰਡਸ ਹੁੰਦੇ ਨੇ ਇਮੇਜ ਨੂੰ ਪ੍ਰਪੇਅਰ ਕਰਨ ਦੇ ਲਈ, 40 ਸੈਕਿੰਡਸ ਹੁੰਦੇ ਨੇ ਬੋਲਣ ਦੇ ਲਈ। ਤਾਂ ਤੁਸੀਂ ਕੀ ਕਰਨਾ, ਉਹਦੇ ਵਿੱਚ ਮੇਨ ਕੀਵਰਡਸ ਨੋਟ ਕਰ ਲੈਣੇ ਆ। ਕਾਦੇ ਉੱਪਰ, ਆਪਣੀ ਕਾਪੀ ਦੇ ਉੱਪਰ ਕਰ ਲੈਣੇ ਆ, ਜਾਂ ਜਿਹੜੀ ਵੀ ਤੁਹਾਨੂੰ ਬੁਕਲੇਟ ਐਗਜ਼ਾਮ ਦੇ ਵਿੱਚ ਮਿਲਦੀ ਆ ਉਹਦੇ ਵਿੱਚ ਤੁਸੀਂ ਨੋਟ ਕਰ ਲੈਣੇ ਆ। ਉਹਦੇ ਵਿੱਚ ਕੀ ਕਰਨਾ ਹੁੰਦਾ ਰਾਜੇ, ਸੇਮ ਤੁਸੀਂ ਚੀਜ਼ ਜੋ ਤੁਸੀਂ ਲਿਖੀ ਹੁੰਦੀ ਆ ਜਾਂ ਤੁਸੀਂ ਸੋਚੀ ਹੁੰਦੀ ਆ ਉਹ ਤੁਸੀਂ ਬੋਲਣੀ ਹੁੰਦੀ ਆ। ਨੋ ਡਾਊਟ ਸਾਰੇ ਬੱਚੇ ਟੈਂਪਲੇਟ ਯੂਜ਼ ਕਰਦੇ ਆ, ਬਟ ਕਈ ਬੱਚੇ ਸਿੰਪਲ ਰੈਂਡਮ ਵੀ ਬੋਲਦੇ ਆ। ਤਾਂ ਉਹਦੇ ਵਿੱਚ ਕੀ ਕਰਨਾ ਹੁੰਦਾ, ਆਪਾਂ ਨਾਰਮਲ ਬੋਲਣਾ ਹੁੰਦਾ, ਨਾ ਜ਼ਿਆਦਾ ਤੇਜ਼ ਨਾ ਜ਼ਿਆਦਾ ਹੌਲੀ। ਇੱਕ ਲਾਈਨ ਤੋਂ ਬਾਅਦ ਪੌਜ਼ ਆਉਣਾ ਚਾਹੀਦਾ ਵੀ ਆਪਣਾ ਪਤਾ ਲੱਗੇ ਵੀ ਆਪਾਂ ਲਾਈਨ ਸਟਾਪ ਕੀਤੀ ਆ, ਹੁਣ ਆਪਾਂ ਨੈਕਸਟ ਲਾਈਨ ਸਟਾਰਟ ਕਰਾਂਗੇ। ਫਿਰ ਯੂਜ਼ ਡਿਸਕ੍ਰਿਪਟਿਵ ਲੈਂਗੁਏਜ। ਡਿਸਕ੍ਰਿਪਟਿਵ ਮਤਲਬ ਜਿਵੇਂ ਆਪਾਂ ਨਾਰਮਲ ਕਰਦੇ ਆ ਹਨਾ, ਇੱਕ ਤੁਸੀਂ ਪਿਕਚਰ ਦੇਖ ਰਹੇ ਹੋ, ਦੇਖ ਕੇ ਦੱਸਣਾ। ਹੁਣ ਮੈਂ ਤੁਹਾਡੇ ਸਾਹਮਣੇ ਖੜੀ ਆ ਹਨਾ, ਤੁਸੀਂ ਮੈਨੂੰ ਡਿਸਕ੍ਰਾਈਬ ਕਰਨਾ, ਤਾਂ ਇੱਕ ਪਰਸਨ ਨੂੰ ਡਿਸਕ੍ਰਾਈਬ ਤੁਸੀਂ ਕਿਵੇਂ ਕਰੋ। ਲਾਈਕ ਮੇਰੇ ਬਲੂ ਕਲਰ ਦੀ ਸ਼ਰਟ ਪਾਈ ਆ, ਬਲੈਕ ਕਲਰ ਦੀ ਪੈਂਟ ਪਾਈ ਆ, ਐਂਡ ਮੇਰੇ ਹੇਅਰ ਓਪਨ ਨੇ, ਐਂਡ ਮੇਰੇ ਸਪੈਕਸ ਲੱਗੀ ਆ, ਜੋ ਵੀ ਚੀਜ਼ ਆ ਹਨਾ, ਤੁਸੀਂ ਮੈਨੂੰ ਡਿਸਕ੍ਰਾਈਬ ਕਰਨਾ ਤਾਂ ਕਿਵੇਂ ਕਰੋ। ਹਾਂਜੀ ਮੈਮ, ਫਸਟਲੀ ਦੱਸਾਂਗੇ ਵੀ ਇੱਕ ਪਰਸਨ ਬਾਰੇ ਡਿਸਕ੍ਰਾਈਬ ਕਰ ਰਹੇ ਹਾਂ, ਸ਼ੀ ਇਜ਼ ਅ ਉਹਦੀ ਫੀਮੇਲ। ਪਰਸਨੈਲਿਟੀ ਦੇ ਰਿਗਾਰਡਿੰਗ ਦੱਸਾਂਗੇ। ਹਾਂਜੀ ਮੈਮ, ਜੈਂਡਰ ਦੱਸਾਂਗੇ, ਫਿਰ ਉਹਦੀ ਪਰਸਨੈਲਿਟੀ ਦੇ ਰਿਗਾਰਡਿੰਗ ਮੈਮ, ਐਂਡ ਜੋ ਕਲਰ ਉਹਨਾਂ ਨੇ ਵੀਅਰ ਕੀਤੇ ਆ ਕਲੋਥ ਦੇ ਉਹ ਵਾਲੇ, ਐਂਡ ਵੀ ਵਨ ਗੋਗਲਸ ਵੇਅਰ ਕੀਤਾ ਉਹਨਾਂ ਨੇ। ਠੀਕ ਹੈ, ਉਹ ਚੀਜ਼ਾਂ ਬਸ। ਜਦੋਂ ਪੰਜਾਬੀ ਚ ਬੋਲਾਂਗੇ ਨਾ ਰਾਜੇ, ਤਾਂ ਇੰਗਲਿਸ਼ ਦੇ ਵਿੱਚ ਬਣਾਉਣਾ ਕੋਈ ਔਖਾ ਨਹੀਂ ਹੈਗਾ ਹਨਾ। ਥੋੜਾ ਜਿਹਾ ਬਸ ਧਿਆਨ ਰੱਖੋ ਵੀ ਆਪਾਂ ਕਿਵੇਂ ਬੋਲਣਾ। ਫਿਰ ਅੱਗੇ ਸਪੈਸ਼ੀਅਲ ਇਨਫੋਰਮੇਸ਼ਨ। ਸਪੈਸ਼ੀਅਲ ਮਤਲਬ ਹੁੰਦਾ ਰਾਜੇ ਮੇਨ ਕੀ ਪੁਆਇੰਟਸ, ਜਿਹਦੇ ਕਿ ਇਮੇਜ ਦੇ ਲੈਫਟ ਸਾਈਡ ਤੇ ਕੀ ਆ, ਰਾਈਟ ਸਾਈਡ ਤੇ ਕੀ ਆ। ਜਿਵੇਂ ਰਾਜੇ ਤੁਹਾਨੂੰ ਮੈਪ ਦੇ ਵਿੱਚ ਕਿਹਾ ਜਾਂਦਾ ਹੈ ਵੀ ਤੁਸੀਂ ਡਾਇਰੈਕਸ਼ਨਸ ਬੋਲਿਆ ਕਰੋ। ਹੁਣ ਆਪਾਂ ਨੂੰ ਵੀ ਪਤਾ ਜੀ ਸਾਰੇ ਟਾਈਪ ਦੀਆਂ ਡਾਇਰੈਕਸ਼ਨ ਤਾਂ ਹੁੰਦੀਆਂ ਨੇ, ਨਾਰਥ, ਸਾਊਥ, ਈਸਟ ਐਂਡ ਵੈਸਟ। ਜੇ ਆਪਾਂ ਬੋਲ ਦਾਂਗੇ ਤਾਂ ਆਪਣਾ ਕੰਟੈਂਟ ਵਧੀਆ ਹੋ ਜਾਊਗਾ। ਇਨਕਲੂਡ ਕੰਟੈਕਸਟ। ਕੰਟੈਕਸਟ ਮਤਲਬ ਕੋਈ ਇਮੇਜ ਦੇ ਵਿੱਚ ਜਿਹੜੀ ਚੀਜ਼ ਦਿੱਤੀ ਗਈ ਆ ਉਹਦੇ ਨਾਲ ਹੀ ਰਿਲੇਟ ਬੋਲਣਾ, ਆਪਾਂ ਕੋਈ ਇਰਰੈਲੇਵੈਂਟ ਇਨਫੋਰਮੇਸ਼ਨ ਨਹੀਂ ਦੇਣੀ। ਠੀਕ ਹੈ। ਬੀ ਆਬਜੈਕਟਿਵ। ਆਬਜੈਕਟਿਵ ਮਤਲਬ ਸਿਰਫ ਪਿਕਚਰ ਦੇ ਵਿੱਚ ਜੋ ਚੀਜ਼ਾਂ ਦਿੱਤੀਆਂ ਨੇ ਉਹੀ ਬੋਲਣੀਆਂ ਨੇ, ਉਸ ਤੋਂ ਬਾਅਦ ਆਪਾਂ ਕੁਝ ਨਹੀਂ ਬੋਲਣਾ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਦੇਖੋ ਡਿਸਕ੍ਰਾਈਬ ਐਕਸ਼ਨਸ ਐਂਡ ਇੰਟਰੈਕਸ਼ਨਸ। ਕਿਵੇਂ ਰਾਜੇ ਆਪਾਂ ਮੂਵਮੈਂਟ ਦੇਖਦੇ ਆ ਨਾ, ਕਿਹੜੇ ਕਿਹੜੇ ਐਲੀਮੈਂਟਸ ਉਹਦੇ ਵਿੱਚ ਐਡ ਕੀਤੇ ਜਾਂਦੇ ਆ ਸੀਕੁਐਂਸ ਆਰਡਰ ਦੇ ਵਿੱਚ। ਹੁਣ ਕਈ ਬੱਚੇ ਕੀ ਕਰਦੇ ਆ, ਪਹਿਲਾਂ ਕਲਰਸ ਬੋਲ ਦਿੰਦੇ ਆ, ਫਿਰ ਉਹਦੇ ਵਿੱਚ ਨੰਬਰ ਦੱਸ ਦਿੰਦੇ ਆ, ਨੰਬਰ ਦੀ ਫਿਰ ਵੈਲਿਊ ਬਾਅਦ ਚ ਦੱਸਦੇ ਆ। ਪਹਿਲਾਂ ਕੀ ਕਰਦੇ ਨੇ, ਮੈਕਸਿਮਮ ਮਿਨੀਮਮ ਦੱਸ ਦਿੰਦੇ ਆ। ਨਹੀਂ, ਇਹ ਰਾਜੇ ਗਲਤ ਪੁਆਇੰਟ ਆ। ਠੀਕ ਹੈ। ਆਪਾਂ ਕੀ ਕਰਨਾ, ਇੱਕ ਫਲੋ ਰੈਡੀ ਕਰਕੇ ਰੱਖਣਾ ਹੁੰਦਾ ਜੇ ਆਪਾਂ ਟੈਂਪਲੇਟ ਵੀ ਯੂਜ਼ ਕਰਦੇ ਆ। ਹੁਣ ਆਪਾਂ ਗੱਲ ਕਰਦੇ ਆ ਜੀ ਆਪਣੇ ਬਾਰ ਗ੍ਰਾਫ ਦੀ। ਬਾਰ ਗ੍ਰਾਫ ਦੇ ਵਿੱਚ ਕੀ ਹੁੰਦਾ ਰਾਜੇ, ਆਪਣੇ ਕੋਲ ਇੱਕ ਪਿਕਚਰ ਸ਼ੋ ਹੋ ਰਹੀ ਹੈ, ਨਾਲ ਤੁਹਾਡਾ ਟੈਂਪਲੇਟ ਸ਼ੋ ਹੋ ਰਿਹਾ। The given bar chart provides me the information। ਕਾਦੀ ਇਨਫੋਰਮੇਸ਼ਨ, ਮੇਨ ਪੁਆਇੰਟ ਕੀ ਆ ਜਾਊਗਾ ਜੀ ਆਪਣਾ, ਟੈਲੀਵਿਜ਼ਨ ਸੇਲਸ ਬਾਈ ਸੁਪਰਵਾਈਜ਼ਰ। ਹਾਂਜੀ, ਟੈਲੀਵਿਜ਼ਨ ਸੇਲਸ ਬਾਈ ਸੁਪਰਵਿਜ਼ਨ। ਹੁਣ ਆਈ ਕੈਨ ਸੇ ਡਿਫਰੈਂਟ ਈਅਰਸ। ਜੇ ਤਾਂ ਈਅਰਸ ਦਿੱਤੇ ਆ ਤਾਂ ਆਪਾਂ ਈਅਰਸ ਬੋਲਾਂਗੇ, ਜੇ ਆਪਾਂ ਨੂੰ ਈਅਰਸ ਨਹੀਂ ਦਿੱਤੇ ਤਾਂ ਆਪਾਂ ਕੀ ਬੋਲਾਂਗੇ ਜੀ, ਵਰਡਸ ਬੋਲਾਂਗੇ। ਕਿਉਂਕਿ ਪਹਿਲਾਂ ਰਾਜੇ ਇੱਕ ਸੀਕੁਐਂਸ ਵਾਈਜ਼ ਲੈ ਕੇ ਚੱਲਾਂਗੇ। ਤਾਂ ਹੁਣ ਰਾਜੇ ਦੇ ਵਿੱਚ ਈਅਰਸ ਦਿੱਤੇ ਆ ਤਾਂ ਈਅਰਸ ਆਪਾਂ ਕਿਵੇਂ ਬੋਲਾਂਗੇ। I can see ਹਰਬੰਸ, some years I like can see in 19, different years. ਬੋਲੋ ਬੋਲੋ, ਕੋਈ ਗੱਲ ਨਹੀਂ ਜੀ, ਦੋਨੋਂ ਬੋਲੋ, ਕੋਈ ਚੱਕਰ ਨਹੀਂ। 99, 2000, 2001, 2, 3, 4, 5, 6, 7, 8, 9, 10, and 11. ਠੀਕ ਹੈ ਜੀ। ਹਰਬੰਸ, I can see in different years. 1999 दिख नहीं रहा. 2000, 2001, 2002, 2003, 2004, 2005, 2006, 2007, 2008, 2009, 2010, 2011 ਤੇ and 2012. ਟਾਈਮ ਕਿੰਨਾ ਜੀ ਆਪਣੇ ਕੋਲ, ਜਸਟ 40 ਸੈਕਿੰਡ। ਜੇ ਆਪਾਂ ਸਾਰੇ ਈਅਰਸ ਬੋਲਾਂਗੇ, ਨੋ ਡਾਊਟ ਆਪਣਾ ਟਾਈਮ ਤਾਂ ਜਸਟ ਈਅਰਸ ਹੀ ਕੰਪਲੀਟ ਹੋ ਜਾਊਗਾ। ਸੈਕਿੰਡ ਗੱਲ, ਆਪਾਂ ਕੀ ਕਰਦੇ ਆ, ਜਦੋਂ 1000 ਇੱਕ ਵਾਰ ਬੋਲਦੇ ਆ ਨਾ ਤਾਂ ਉਹਦੀ ਪ੍ਰੋਨੰਸੀਏਸ਼ਨ ਇੱਕ ਵਾਰ ਸਹੀ ਹੁੰਦੀ ਆ। ਜਦੋਂ ਆਪਾਂ ਦੂਜੀ ਵਾਰ ਬੋਲਦੇ ਆ ਨਾ ਤਾਂ ਉਹਦੀ ਪ੍ਰੋਨੰਸੀਏਸ਼ਨ ਗਲਤ ਹੋਣ ਲੱਗ ਜਾਂਦੀ ਆ। 1000 1000 1000 ਜਦੋਂ ਆਪਾਂ ਬੋਲਦੇ ਜਾਂਦੇ ਆ ਨਾ ਤਾਂ ਆਪਣੀ ਆਵਾਜ਼ ਕੀ ਹੋ ਜਾਂਦੀ ਹੈ, ਟੰਗ ਟਵਿਸਟ ਕਰਨ ਲੱਗ ਜਾਂਦੀ ਹੈ। ਤਾਂ ਆਪਾਂ ਕੀ ਕਰਨਾ, ਸਿੰਪਲ ਬੋਲਣਾ। I can see different years 1999, 2000, 2001, 2, 3, 4, 6, 7 and up to 2012। ਨਾਰਮਲ ਬੋਲੋ ਰਾਜੇ, ਕਿਉਂਕਿ ਇਹਦੇ ਵਿੱਚ ਇਹ ਨਹੀਂ ਹੁੰਦਾ, ਆਪਣੀ ਕੰਟੈਂਟ ਨਹੀਂ ਚੈੱਕ ਹੁੰਦਾ। ਇਹਦੇ ਵਿੱਚ ਕੀ ਹੁੰਦੀ ਹੈਗੀ, ਆਪਣੀ ਪ੍ਰੋਨੰਸੀਏਸ਼ਨ ਤੇ ਫਲੂਐਂਸੀ ਚੈੱਕ ਹੁੰਦੀ ਆ।
ਕਿਉਂਕਿ ਇਹਦਾ ਸਕੋਰ ਕਿਸੇ ਦੇ ਵਿੱਚ ਤੁਹਾਡਾ ਐਡ ਨਹੀਂ ਹੋਣਾ, ਕਿਸੇ ਦੇ ਵਿੱਚ ਇਹਦਾ ਸਕੋਰ ਕੱਟਿਆ ਨਹੀਂ ਜਾਣਾ। ਜਸਟ ਕੀ ਆਉਣਾ ਜੀ ਸਕੋਰ ਤੁਹਾਡਾ ਸਪੀਕਿੰਗ ਦੇ ਵਿੱਚ ਰਹਿਣਾ। ਤੇ ਸਪੀਕਿੰਗ ਦੇ ਵਿੱਚ ਕੀ ਚੀਜ਼ ਚੈੱਕ ਹੁੰਦੀ ਆ? ਜਸਟ ਤੁਹਾਡੀ ਫਲੂਐਂਸੀ ਤੇ ਪ੍ਰੋਨੰਸੀਏਸ਼ਨ। ਜੋ ਵਰਡ ਤੁਸੀਂ ਬੋਲ ਰਹੇ ਹੋ ਉਹਨੂੰ ਕਲੀਅਰ ਬੋਲੋ। ਹੁਣ 1000 ਵਰਡ ਰਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ, ਇੱਕ ਵਾਰ ਸਹੀ ਆਊਗਾ ਉਸ ਤੋਂ ਬਾਅਦ ਇਹਦੀ ਪ੍ਰੋਨੰਸੀਏਸ਼ਨ ਖਰਾਬ ਹੋਣ ਲੱਗ ਜੂ, ਤਾਂ ਉਸ ਤੋਂ ਬੈਟਰ ਆਪਾਂ ਇੱਕ ਜਾਂ ਦੋ ਵਾਰੀ ਬੋਲੀਏ ਤੇ ਉਸ ਤੋਂ ਪਹਿਲਾਂ ਬੋਲੀਏ ਨਾ। ਹੁਣ ਨੈਕਸਟ ਦੇਖੋ, Okay. ਆਈ ਕੈਨ ਸੀ ਡੈਸ਼। ਹੁਣ ਇਹਦੇ ਵਿੱਚ ਕੀ ਦਿੱਤਾ? ਆਪਣੇ ਕੋਲ ਨੰਬਰਸ ਦਿੱਤੇ ਨੇ, ਤਾਂ ਇਸ ਤੋਂ ਬਾਅਦ ਕੀ ਬੋਲਾਂਗੇ ਜੀ? ਆਪਾਂ ਨੰਬਰਸ ਬੋਲਾਂਗੇ। Yes, ma'am. ਠੀਕ ਹੈ ਜੀ, ਨੰਬਰਸ ਬੋਲਾਂਗੇ। ਹਾਂਜੀ। ਨੰਬਰਸ ਕੀ ਆ ਜਾਣਗੇ ਰਾਜੇ ਆਪਣੇ ਕੋਲੇ? I 10, can see 20, different 30. numbers 0, 10, 20, 30, 40, 50, 60. ਠੀਕ ਹੈ ਜੀ। ਹੁਣ ਅੱਗੇ ਡਾਟਾ ਕਾਦੇ ਵਿੱਚ ਡਿਸਕ੍ਰਾਈਬ ਕੀਤਾ ਜੀ? Million units. ਕਿਵੇਂ ਬੋਲਾਂਗੇ ਜੀ ਉਹਨੂੰ? All data has been given in a TV cell in unit million. ਠੀਕ ਹੈ। No, ਏਦਾਂ ਵੀ ਹੋ ਸਕਦਾ ਨਾ, I can see the number in unit, in million unit like 10, 20, 30. ਹਾਂਜੀ ਰਾਜੇ, ਹੁਣ ਦੇਖੋ ਇਹਦੇ ਵਿੱਚ ਦਿੱਤੇ ਆਪਾਂ ਨੂੰ ਨੰਬਰਸ। ਨੰਬਰਸ ਕਿਵੇਂ ਬੋਲ ਸਕਦੇ ਸੀ ਆਪਾਂ? I can see different numbers 0, 10, 20, 30, 40, 50 and 60. The data has been given in a million. ਕਾਦੇ ਵਿੱਚ ਦਿੱਤਾ ਡਾਟਾ ਆਪਾਂ ਨੂੰ? ਮਿਲੀਅਨ ਦੇ ਵਿੱਚ ਦਿੱਤਾ, ਤਾਂ ਆਪਾਂ ਇੱਥੇ ਕੀ ਬੋਲ ਦਾਂਗੇ ਜੀ? ਮਿਲੀਅਨਸ ਬੋਲ ਦਾਂਗੇ, ਹਨਾ। ਫਿਰ ਉਸ ਤੋਂ ਬਾਅਦ ਕਲਰਸ ਰਾਜੇ, ਜਿੱਥੇ ਆਪਾਂ ਨੂੰ ਜ਼ਿਆਦਾ ਕਲਰਸ ਦਿੱਤੇ ਹੁੰਦੇ ਨਾ ਉਹਨਾਂ ਨੂੰ ਅਲੱਗ-ਅਲੱਗ ਡਿਸਕ੍ਰਾਈਬ ਕੀਤਾ ਹੁੰਦਾ ਹੈ। ਜਾਂ ਤਾਂ ਈਅਰਸ ਦੇ ਨਾਲ ਕੀਤਾ ਹੁੰਦਾ ਹੈ, ਜਾਂ ਰਾਜੇ ਆਪਾਂ ਨੂੰ ਕਾਦੇ ਨਾਲ ਕੀਤਾ ਹੁੰਦਾ ਜੀ? ਕਿਸੇ ਨਾਲ ਵਰਡਸ ਦੇ ਨਾਲ ਕੀਤਾ ਹੁੰਦਾ ਹੈ। ਤਾਂ ਉੱਥੇ ਆਪਾਂ ਕਲਰ ਡਿਸਕ੍ਰਾਈਬ ਕਰਾਂਗੇ, ਅਦਰਵਾਈਜ਼ ਆਪਾਂ ਕਲਰ ਸਿੰਪਲ ਬੋਲ ਦਾਂਗੇ। ਆਈ ਕੈਨ ਸੀ ਡਿਫਰੈਂਟ ਕਲਰਸ ਬਲੈਕ, ਵਾਈਟ, ਬਲੂ ਐਂਡ ਰੈਡ, ਗ੍ਰੀਨ। ਕਲਰਸ ਤੁਸੀਂ ਕੋਈ ਵੀ ਬੋਲ ਸਕਦੇ ਹੋ, ਡਸਨਟ ਮੈਟਰ। ਕਈ ਬੱਚੇ ਪਤਾ ਕੀ ਕਰਦੇ ਆ, ਦੇਖਣ ਲੱਗ ਜਾਂਦੇ ਆ ਵੀ ਆਹ ਕਲਰ ਸੀਗਾ, ਮੈਨੂੰ ਤਾਂ ਜੀ ਇਹਦਾ ਕਲਰ ਦਾ ਨਹੀਂ ਨਾਮ ਪਤਾ ਜੀ, ਮੈਨੂੰ ਤਾਂ ਵਾਇਲਟ ਦਾ ਨਹੀਂ ਪਤਾ ਕਿਹੜਾ ਕਲਰ ਹੁੰਦਾ। ਬਟ ਆਪਾਂ ਰਾਜੇ ਕਲਰ ਦੇਖ ਕੇ ਕਿਉਂ ਉਹਨਾਂ ਨੂੰ, ਕੰਪਿਊਟਰ ਨੂੰ ਤਾਂ ਨਹੀਂ ਪਤਾ ਵੀ ਪਿਕਚਰ ਦੇ ਵਿੱਚ ਕਿਹੜੇ ਕਲਰ ਸੀਗੇ। ਇਟਸ ਜਸਟ ਅ ਟੈਕਨੋਲੋਜੀ, ਨਾਟ ਅ ਪਰਸਨ। ਜੇ ਆਪਾਂ ਪਰਸਨ ਦੀ ਗੱਲ ਕਰੀਏ, ਕੋਈ ਪਰਸਨ ਚੈੱਕ ਕਰ ਰਿਹਾ ਤਾਂ ਉਹ ਤਾਂ ਪ੍ਰੋਪਰ ਕਲਰ ਦੇਖੂਗਾ, ਬਟ ਕੰਪਿਊਟਰ ਨੇ ਤਾਂ ਜਸਟ ਕੀ ਦੇਖਣਾ? ਜੋ ਤੁਸੀਂ ਬੋਲਿਆ ਉਹਨੇ ਤਾਂ ਉਹ ਵਰਡਸ ਚੱਕਣੇ ਆ, ਤੁਸੀਂ ਸਹੀ ਪ੍ਰੋਨਾਂਸ ਕੀਤੇ ਆ ਜਾਂ ਨਹੀਂ। ਠੀਕ ਹੈ। ਫਿਰ ਮੈਕਸਿਮਮ ਵੈਲਿਊ ਦੱਸਦੇ ਨੇ ਆਪਾਂ। ਮੈਕਸਿਮਮ ਵੈਲਿਊ, ਹੁਣ ਮੈਕਸਿਮਮ ਵੈਲਿਊ ਦੇ ਵਿੱਚ ਵੀ ਉਲਝ ਜਾਂਦੇ ਆ ਜੀ। ਹੁਣ ਜਿਵੇਂ ਆਪਾਂ ਇਹਦੇ ਵਿੱਚ ਪਿਕਚਰ ਦੇ ਵਿੱਚ ਦੇਖੀਏ, ਆਪਣੀ ਵੈਲਿਊ ਕਿਹਦੇ ਤੋਂ ਉੱਪਰ ਹੈ ਜੀ? 40 ਤੋਂ ਉੱਪਰ ਹੈ, 50 ਤੋਂ ਨੀਚੇ ਹੈ। ਮੈਡਮ ਜੀ ਇਹ ਕਿੰਨੀ ਵੈਲਿਊ ਹੈ? 48 ਬੋਲਾਂਗੇ ਜੀ, 47 ਬੋਲਾਂ? ਨੀਅਰ ਅਬਾਊਟ 50 ਬੋਲ ਦੋ ਜੀ। ਠੀਕ ਹੈ, ਤਾਂ ਆਪਾਂ ਕੀ ਕਰ ਦਾਂਗੇ? the maximum value is near about 50 which is shown in year 2012। ਕਿਹੜੇ ਈਅਰ ਚ ਦਿਖ ਰਹੀ ਹੈ ਆਪਾਂ ਨੂੰ? 2012 ਦੇ ਵਿੱਚ। ਫਿਰ ਅੱਗੇ ਆਪਾਂ ਨੂੰ ਜਿਹੜੀ 10 ਵੈਲਿਊ, ਮਿਨੀਮਮ ਵੈਲਿਊ, ਉਹ ਆਪਾਂ ਨੂੰ ਐਗਜ਼ੈਕਟ ਦਿੱਤੀ ਹੋਈ ਆ, ਤਾਂ ਕੀ ਬੋਲ ਦਾਂਗੇ? the minimum value is 10 which is shown in 1999। ਫਿਰ I can see different shapes and sizes। overall the picture is very informative for me। that's a clear point। Yes, ma'am. okay Yes, ਜੀ। ma'am. ਨੈਕਸਟ ਹੁਣ ਤੁਸੀਂ ਪਿਕਚਰ ਜੀ ਪ੍ਰਪੇਅਰ ਕਰੋ ਤੇ ਦੈਨ ਮੈਨੂੰ ਸੁਣਾਓ। ਓਕੇ ਜੀ, ਅੱਜ ਦੀ ਤੁਹਾਡੀ ਇਹ ਵਾਲੀ ਪਿਕਚਰ ਆ, ਇਹਨੂੰ ਪ੍ਰਪੇਅਰ ਕਰੋ ਐਂਡ ਸੁਣਾਓ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜੀ, ਕਲਰਸ ਅਲੱਗ-ਅਲੱਗ ਵਰਡਸ ਦੇ ਨਾਲ ਡਿਸਕ੍ਰਾਈਬ ਕੀਤੇ ਹੁੰਦੇ ਆ। ਇਹਦੇ ਵਿੱਚ ਕੀ ਆ ਜਾਊਗਾ ਜੀ? ਸੌਕਰ, ਕ੍ਰਿਕਟ ਐਂਡ ਬਾਸਕਟਬਾਲ। ਤਾਂ ਹੁਣ ਇਹਨੂੰ ਪ੍ਰਪੇਅਰ ਕਰੋ ਦੈਨ ਮੈਨੂੰ ਸੁਣਾਓ। ਸਟਾਰਟ ਕਰੋ ਰਾਜੇ। The given bar graph which is gives clear information about student investment in different sports. In this means I can see the some sports like soccer, cricket, basketball. Then I can see the some classes like class 8, class 9 and 10. Then I can see the data in 25%, 55%, 45% and 40%. All data given in a percentage. And I can see the some colors like red, blue, green and white. Then I can see the maximum value is 55% which is shown in class 8 in the bracket, and minimum value is in same class is the 20%. Overall image very interesting and informative for me। ਤੇ ਪਹਿਲਾਂ ਹੀ ਦੱਸਿਆ ਸੀ ਪ੍ਰੋਨੰਸੀਏਸ਼ਨ ਕਲੀਅਰ ਕਰਨੀ ਹੈ। ਕ੍ਰਿਕਟ ਹੁੰਦਾ ਰਾਜੇ ਕ੍ਰਿਕਟ, ਠੀਕ ਹੈ, ਕ੍ਰਿਕਟ ਵਰਡ। The given bar chart provides me the information about student involvement in different sports। I can see different classes, class 8, 9th and 10th। I can see different colors, blue, red and green। Green color represents basketball, red color represents cricket and blue color represents soccer। I can see different values which is given in a percentage 10, 20, 30, 40, 50 and 60। The maximum value is 55 in a cricket class 8 and the minimum value is 20 in a basketball in class 8 also। I can see different shapes and sizes। I can see draw lines। Overall, the picture is very informative for me। Is it clear? Yes, ma'am. Any doubt now? No, ma'am. ਪਹਿਲਾਂ ਕੀ ਬੋਲਿਆ? ਟੌਪਿਕ ਬੋਲਿਆ, ਟੌਪਿਕ ਤੋਂ ਬਾਅਦ ਕਲਾਸਿਸ ਦੱਸਦੀਆਂ, ਕਲਾਸਿਸ ਤੋਂ ਬਾਅਦ ਕਲਰਸ ਦੱਸਦੇ, ਕਲਰਸ ਨੂੰ ਡਿਸਕ੍ਰਾਈਬ ਕਰਤਾ, ਕਾਦੇ ਵਿੱਚ ਕਲਰਸ ਨੇ,
ਫਿਰ ਡਾਟਾ ਦੱਸਤਾ, ਫਿਰ ਡਾਟਾ ਕਾਦੇ ਵਿੱਚ ਸੀ, ਪਰਸੈਂਟੇਜ ਦੇ ਵਿੱਚ ਸੀ, ਫਿਰ ਕਾਦਾ ਡਾਟਾ ਸੀ 10 20 30 40 ਐਂਡ ਫਿਰ ਮੈਕਸਿਮਮ ਵੈਲਿਊ, ਫਿਰ ਮਿਨੀਮਮ ਵੈਲਿਊ। ਇੱਕ ਕੰਟਰਾਡਿਕਸ਼ਨ ਕਰਤੀ, ਜੇ ਆਪਣਾ ਟਾਈਮ ਘੱਟ ਰਿਹਾ ਤਾਂ ਆਪਾਂ ਲਾਈਨਸ ਐਡ ਕਰ ਦਾਂਗੇ, ਸ਼ੇਪਸ ਐਂਡ ਸਾਈਜ਼ਸ ਦਿਖ ਰਹੀਆਂ ਨੇ, ਲਾਈਨਸ ਦਿਖ ਰਹੀਆਂ ਨੇ। ਓਵਰਆਲ ਦ ਪਿਕਚਰ ਇਜ਼ very informative. Is it clear the bar chart now? Yes, Okay जी. Now we move on a pie chart. divide ਦੇਖੋ it ਜੀ, down. ਪਹਿਲਾਂ ਪਾਈ ਚਾਰਟ ਦਾ ਟੈਂਪਲੇਟ ਦੇਖੋ ਕੀ ਕਹਿ ਰਿਹਾ ਹੈਗਾ ਆਪਾਂ ਨੂੰ। ਦ ਪਾਈ ਚਾਰਟ ਪ੍ਰੋਵਾਈਡਸ ਮੀ ਦ ਇਨਫੋਰਮੇਸ਼ਨ ਅਬਾਊਟ, ਸੇਮ ਚੀਜ਼ ਆ ਜਾਏਗੀ ਜੀ ਇਹਦੇ ਵਿੱਚ ਵੀ। ਕੀ ਆ ਜਾਏਗਾ, ਟੌਪਿਕ। ਆਈ ਕੈਨ ਸੀ ਡਿਫਰੈਂਟ ਵਰਡਸ ਦਿੱਤੇ ਆ, ਵਰਡਸ, ਈਅਰਸ ਦਿੱਤੇ ਆ, ਈਅਰਸ। ਦ ਮੈਕਸਿਮਮ ਏਰੀਆ ਕਵਰਡ ਬਾਈ, ਹੁਣ ਜਿਹਦੇ ਵਿੱਚ ਪਾਈ ਚਾਰਟ ਹੁੰਦਾ ਨਾ, ਗੋਲ ਚਾਰਟ ਹੁੰਦਾ, ਗੋਲ ਦੇ ਵਿੱਚ ਆਪਾਂ ਕੀ ਕਹਿੰਦੇ ਹੁੰਦੇ ਆ, ਏਰੀਆ ਕਵਰ ਕੀਤਾ ਹੋਇਆ, ਮਤਲਬ ਕਿੰਨਾ ਏਰੀਆ ਉਹਨੇ ਘੇਰਿਆ ਹੋਇਆ, ਦੈਟਸ ਅ ਪਰਸੈਂਟੇਜ ਦੱਸ ਦਾਂਗੇ। ਫਿਰ ਮਿਨੀਮਮ ਏਰੀਆ ਕਿੰਨਾ ਕਵਰ ਕੀਤਾ ਜੀ। ਫਿਰ ਕਲਰਸ, ਸੇਮ ਚੀਜ਼ ਰਿਪਰੈਜ਼ੈਂਟ ਕੀਤੇ ਸੀ, ਸ਼ੇਪਸ ਐਂਡ ਸਾਈਜ਼ਸ। ਪਿਕਚਰ ਇਜ਼ ਵੈਰੀ ਇਨਫੋਰਮੇਟਿਵ। ਹੁਣ ਆਪਾਂ ਦੇਖਦੇ ਹਾਂ ਜੀ ਕੋਈ ਵੀ ਪਾਈ ਚਾਰਟ। ਦੇਖੋ ਜੀ, ਇਹ ਵਾਲਾ ਪਾਈ ਚਾਰਟ ਆਪਣੇ ਕੋਲ। Countries of The given pie chart population of provides, countries ਪਹਿਲਾ ਟੌਪਿਕ ਕੀ ਆ ਗਿਆ ਜੀ ਆਪਣੇ ਕੋਲ, population of countries of the European Union in 2007 by percentage। ਟੌਪਿਕ ਆ ਗਿਆ ਜੀ ਆਪਣੇ ਕੋਲ। ਫਿਰ ਆਪਣੇ ਕੋਲ ਕੀ ਦਿੱਤੀਆਂ ਨੇ, ਕੰਟਰੀਜ਼। ਪਹਿਲਾਂ ਆਪਾਂ ਵਰਡਸ ਦੇਖਦੇ ਹੁੰਦੇ ਨਾ, ਤਾਂ ਵਰਡਸ ਦੇ ਵਿੱਚ ਕੀ ਦਿੱਤਾ ਆਪਾਂ ਨੂੰ, ਕੰਟਰੀਜ਼। ma'am. ਆਪਾਂ ਕੀ ਬੋਲ ਦਾਂਗੇ, ਆਈ ਕੈਨ ਸੀ ਡਿਫਰੈਂਟ ਕੰਟਰੀਜ਼, ਜਰਮਨੀ, ਫਰਾਂਸ, ਯੂਨਾਈਟਿਡ ਕਿੰਗਡਮ, ਇਟਲੀ, ਸਪੇਨ, ਪੋਲੈਂਡ ਐਂਡ ਅਦਰ ਕੰਟਰੀਜ਼। ਫਿਰ ਕੀ ਆ, ਕਲਰਸ। ਕਲਰਸ ਕਿਹਨੂੰ ਡਿਸਕ੍ਰਾਈਬ ਕਰਦੇ ਨੇ, ਕੰਟਰੀਜ਼ ਨੂੰ ਕਰਦੇ ਨੇ। ਤਾਂ ਇੱਕ ਦੋ ਦੱਸ ਦੋ, ਸਾਰੇ ਨਾ ਦੱਸੋ। ਰੈਡ ਕਲਰ ਡਿਸਕ੍ਰਾਈਬਸ ਜਰਮਨੀ, ਬਲੂ ਕਲਰ ਡਿਸਕ੍ਰਾਈਬਸ ਫਰਾਂਸ ਐਂਡ ਯੈਲੋ ਕਲਰ ਡਿਸਕ੍ਰਾਈਬਸ ਯੂਨਾਈਟਿਡ ਕਿੰਗਡਮ। ਨਾਰਮਲ। ਫਿਰ ਡਾਟਾ ਦੱਸ ਦੋ, ਦ ਡਾਟਾ ਇਜ਼ ਗਿਵਨ, the data has been given in a numbers। डाटा ਕਾਦੇ ਵਿੱਚ ਦਿੱਤਾ ਹੈ, ਨੰਬਰਸ ਦੇ ਵਿੱਚ ਦਿੱਤਾ ਹੈ। ਕੋਈ ਪਰਸੈਂਟੇਜ ਨਹੀਂ, ਕੋਈ ਮਿਲੀਅਨ ਨਹੀਂ, ਕੋਈ ਚੀਜ਼ ਨਹੀਂ ਆਣਾ ਆਪਣੇ ਕੋਲ। ਸੌਰੀ, ਪਰਸੈਂਟੇਜ ਦੇ ਵਿੱਚ ਜੇ ਉੱਪਰ ਮੈਂਸ਼ਨ ਕੀਤਾ ਹੋਇਆ ਆਲਰੇਡੀ, ਅਸੀਂ ਇਸ ਤੇ ਪਰਸੈਂਟੇਜ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਤਾਂ ਆਪਾਂ ਦੱਸ ਸਕਦੇ ਹਾਂ ਡਾਟਾ ਹੈਜ਼ ਬੀਨ ਗਿਵਨ ਇਨ ਅ ਪਰਸੈਂਟੇਜ। ਠੀਕ ਹੈ। ਫਿਰ ਅਜੇ ਆਪਾਂ ਕੀ ਕਰਾਂਗੇ, ਮੈਕਸਿਮਮ ਏਰੀਆ ਕਿਹਨੇ ਕਵਰ ਕੀਤਾ ਹੋਇਆ ਜੀ, 29.7% in all other countries and minimum area is covered by Poland, that is 7.7%. For shapes and sizes, for overall the picture is informative. Okay ji, you have 1 minute to prepare it and Yes. speak it. The given pie chart, which is basically information about population of countries of the European Union in 2007 by percentage. In this image, I can see some countries like Germany, France, United Kingdom, Italy, Spain, Poland, and all other countries. Then I can see the some numbers like 16, 12, 11, 9, 7, and 29. All data has been given in the percentage. I can see the maximum area covered in the all other countries is 29.7%, and maximum area covered in the Poland is 7.7%. Then I can see some colors like red, blue, green, black, and white. Overall, it is very interesting and informative for me. ठीक है राजे, थोड़ा कंफ्यूज हो रहे ਸੀ, ਉਹ ਚੀਜ਼ ਨਹੀਂ ਕਰਨੀ। ਠੀਕ ਹੈ, ਨਾਰਮਲ ਬੋਲ ਸਕਦੇ ਆ ਰਾਜੇ ਆਪਾਂ, ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ। ਨਾਰਮਲ ਕੌਨਫੀਡੈਂਟ ਦੇ ਨਾਲ ਬੋਲੋ। The given pie chart provides me the information about population of countries of the European Union in 2007 by percentage. I can see different countries, Germany, France, United Kingdom, Italy, Spain, and Poland. I can see different colors, red, blue, black, and green. Yellow color represents United Kingdom, red color represents Germany, and blue color represents France. I can see different values, which is given in a percentage: 29.7, 16.6, 12.8, 12.3, 11.9. The minimum area is covered by France and Poland, that is a 7.7, and the maximum area is covered by Germany and all other countries, that is near about 29.7. I can see different shapes and sizes. Overall, the picture is very informative for me. Clear है राजे? Yes, Clear होया? ma'am. कोई डाउट लग गया होवे जी? ਹਾਂਜੀ ma'am. No ma'am. ਠੀਕ ਹੈ ਜੀ, ਹੁਣ ਆਪਾਂ ਨੈਕਸਟ ਪਾਰਟ ਤੇ ਮੂਵ ਕਰਦੇ ਹਾਂ ਜੀ। ਦੇਖੋ ਰਾਜੇ, ਲਾਈਨ ਗ੍ਰਾਫ ਦੇ ਵਿੱਚ ਕੀ ਹੁੰਦਾ ਜੀ, ਦ ਗਿਵਨ ਲਾਈਨ ਚਾਰਟ ਪ੍ਰੋਵਾਈਡਸ ਮੀ ਦ ਇਨਫੋਰਮੇਸ਼ਨ। ਸੇਮ ਚੀਜ਼ ਆ ਜਾਏਗੀ, ਟੌਪਿਕ। ਫਿਰ ਅੱਗੇ ਕੀ ਆ ਜਾਊਗਾ ਰਾਜੇ, ਈਅਰਸ ਦਿੱਤੇ ਆ, ਈਅਰਸ, ਵਰਡਸ ਦਿੱਤੇ ਆ, ਵਰਡਸ। ਫਿਰ ਇਨ ਦ ਕੇਸ ਆਫ ਲਾਈਨ ਗ੍ਰਾਫ ਦ ਮੈਕਸਿਮਮ ਵੈਲਿਊ ਕੈਨ ਬੀ ਸ਼ੋਨ ਇਨ ਈਅਰ ਦਿਸ। ਇਹਦੇ ਵਿੱਚ ਰਾਜੇ ਇੱਕ ਚੀਜ਼ ਹੋਰ, ਨਾਰਮਲ ਵੀ ਦੱਸ ਸਕਦੇ ਹੋ, ਮੈਕਸਿਮਮ ਮਿਨੀਮਮ ਵੈਲਿਊ ਰਾਜੇ ਜ਼ਰੂਰੀ ਨਹੀਂ ਹੁੰਦੀ ਵੀ ਆਪਾਂ ਦੱਸਣੀ ਹੁੰਦੀ ਹੈ, ਕਿਉਂਕਿ ਲਾਈਨ ਦੇ ਵਿੱਚ ਰਾਜੇ ਮੈਕਸਿਮਮ ਮਿਨੀਮਮ ਵੈਲਿਊ ਘਟਦੀ ਵੱਧਦੀ ਜਾਂਦੀ ਹੈ। ਕੋਈ ਵੀ ਪ੍ਰੋਪਰ ਪੁਆਇੰਟ ਨਹੀਂ ਉਹਦਾ ਪੀਕ ਪੁਆਇੰਟ ਹੁੰਦਾ, ਹਨਾ। ਤਾਂ ਇਹਦੇ ਵਿੱਚ ਸਿੰਪਲ ਦੱਸ ਦੋ, ਆਈ ਕੈਨ ਸੀ ਗ੍ਰੈਜੂਅਲੀ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਟ੍ਰੈਂਡ। ਕਿਤੇ ਵੱਧ ਰਿਹਾ ਟ੍ਰੈਂਡ, ਕਿਤੇ ਘਟ ਰਿਹਾ। ਫਿਰ ਕਲਰ ਜੇ ਦਿੱਤੇ ਆ ਡਿਸਕ੍ਰਾਈਬ ਕਰ ਦੋ, ਜੇ ਨਹੀਂ ਦਿੱਤੇ ਤਾਂ ਨਾ ਕਰੋ। ਨਾਰਮਲ ਰੱਖੋ ਤੇ ਬਾਕੀ ਸਾਰਾ ਸੇਮ ਰੱਖਣਾ ਹੈ ਜੀ ਟੈਂਪਲੇਟ, ਜਿਵੇਂ ਵਾਲੀ ਹੈ ਜੀ।
ਹੁਣ ਇਹਦੇ ਵਿੱਚ ਕੀ ਦਿੱਤਾ ਆਪਾਂ ਨੂੰ, ਪਹਿਲਾਂ ਤਾਂ ਰਜੇ ਟੌਪਿਕ ਦਿੱਤਾ ਦੁਬਈ 골ਡ ਸੇਲਸ 2002, ਫਿਰ ਕੀ ਦਿੱਤੇ ਨੇ ਰਜੇ ਮੰਥਸ ਦਿੱਤੇ ਨੇ। ਹੁਣ ਮੰਥਸ ਦੀ ਪ੍ਰੋਨੰਸੀਏਸ਼ਨ ਕਈ ਬੱਚੇ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਪੰਜਾਬੀ ਚ ਕਰ ਦਿੰਦੇ ਨੇ, ਤਾਂ ਜਿਹਦੇ ਨਾਲ ਕੀ ਹੁੰਦੀ ਹੈ ਜੀ, ਪ੍ਰੋਨੰਸੀਏਸ਼ਨ ਖਰਾਬ ਹੁੰਦੀ ਹੈ। ਥੋੜਾ ਜਿਹਾ ਰਜੇ ਇੰਗਲਿਸ਼ ਟੱਚ ਹੋਣਾ, ਥੋੜਾ ਜਿਹਾ ਐਕਸੈਂਟ, जनवरी, फरवरी, मार्च, अप्रैल, मई, जून, जुलाई, अगस्त, सितंबर, अक्टूबर, नवंबर एंड दिसंबर, थोड़ा जिहा वेट देना। फिर की दिता है जी ਆਪਾਂ ਨੂੰ, वैल्यू ਦਿੱਤੀ ਹੈ। वैल्यू ਕਾਦੇ ਵਿੱਚ ਦਿੱਤੀ ਹੈ ਜੀ, ਮਿਲੀਅਨਸ ਆਫ ਦਿਰਹਮਸ। ਇਹ ਰਜੇ ਦੁਬਈ ਦੀ ਕੀ ਹੈ ਰਜੇ ਆਪਣੇ ਕੋਲ ਕਰੰਸੀ ਕਹਿ ਸਕਦੇ ਆਪਾਂ, ਠੀਕ ਹੈ। ਤਾਂ ਕਿਹਦੇ ਵਿੱਚ ਦਿੱਤੀ ਹੈ, ਮਿਲੀਅਨਸ ਆਫ ਦਿਰਹਮਸ ਦੇ ਵਿੱਚ ਦਿੱਤੀ ਆ। ਤਾਂ ਹੁਣ ਇਹਨੂੰ ਪ੍ਰਪੇਅਰ ਕਰੋ ਜੀ, ਤਾਂ ਮੈਨੂੰ ਸੁਣਾਓ। The given picture is a line graph which is basically information about Dubai gold sales in 2002. Then I can see the some months like January, February, March, April, May, June, July, August, September, October, November, and December. Then I can see the some values given in millions of dirhams in 50, 100, 150, 200, 250, 300, 350, and 400. Then I can see the maximum value is a 350 and minimum value is a near about 150. Then I can see the some decreasing and increasing trends. Then I can see some colors like red, blue, green, black, and white. Overall, image is very interesting and informative for me. When the given line chart provides me the information about Dubai gold sales 2002. I can see different months to January, February, March, April, May, June, July, August, up to December. I can see different values which is given in a millions of dirhams, that is a 0, 50, 100, 150, 200, 250, 300, and 450. I can see different maximum and minimum value in these pictures. I can see increasing and decreasing trend also shown in this picture. I can see maximum value that is near about 350 in a March, and the minimum value is near about 150 in a 2000 December. I can see different shapes and sizes. Overall, the picture is very informative for me. ਜੇ ਲੱਗੇ ਰਹੇ ਥੋੜਾ ਬਹੁਤ ਉਲਝਦੇ ਆ ਤਾਂ ਉੱਥੇ ਰੁਕਣਾ ਨਹੀਂ, ਸਿਰਫ ਫਲੋ ਮੇਨਟੇਨ ਰੱਖਣਾ। ਠੀਕ ਹੈ ਜੀ, ਕੋਈ ਡਾਊਟ ਹੋਵੇ ਰਾਜੇ, ਹੁਣ ਪਿਕਚਰਸ 3 ਦੇ ਵਿੱਚ ਕੋਈ ਡਾਊਟ ਤਾਂ ਨਹੀਂ ਰਹੂਗਾ ਜੀ। ਬਾਰ ਚਾਰਟ, ਪਾਈ ਚਾਰਟ ਐਂਡ ਲਾਈਨ ਚਾਰਟ,